ਡੀਅਰ ਸਟੂਡੈਂਟਸ ਆਫ 8th ਕਲਾਸ ਬੇਟਾ ਜੀ ਅੱਜ 28/8/21 ਨੂੰ ਜਿਹੜਾ ਤੁਹਾਡਾ ਸਾਇੰਸ ਕੁਇਜ਼ LO 806 ਦੇ ਬੇਸ ਤੇ ਆਇਆ ਹੈ ਮੈਟਲਸ ਅਤੇ ਨਾਨ ਮੈਟਲਸ ਦਾ ਆਪਾਂ ਉਹਦਾ ਸੋਲਿਊਸ਼ਨ ਕਰਨ ਜਾ ਰਹੇ ਹਾਂ। ਵੈਰੀ ਈਜ਼ੀ, ਪਰ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਆਈ ਕਿਉਂਕਿ ਕੁਐਸਚਨਸ ਥੋੜ੍ਹੇ ਕਨਸੈਪਚੁਅਲ ਸੀਗੇ। ਕੁਐਸਚਨਸ ਇਹ ਸੀ ਕਿ ਤੁਸੀਂ ਕੌਜ਼ਜ਼ ਲੱਭਣੇ ਸੀਗੇ। So let us start with first question. Amitosh placed an iron nail in following circuit. He find that bulb glows when iron nail is placed between two ends of wire. From with this observation, he draws one of following conclusion. ਅਮਿਤੋਜ਼ ਨੇ ਇੱਕ ਲੋਹੇ ਦੀ ਮੇਖ ਨੂੰ ਹੇਠਾਂ ਵਿਖਾਏ ਸਰਕਟ ਵਿੱਚ ਲਗਾਇਆ। ਉਸਨੇ ਵੇਖਿਆ ਕਿ ਜਦੋਂ ਲੋਹੇ ਦੀ ਮੇਖ ਸਰਕਟ ਵਿੱਚ ਜੋੜੀ ਜਾਂਦੀ ਹੈ ਤਾਂ ਬਲਬ ਜਗਣ ਲੱਗ ਪੈਂਦਾ ਹੈ। ਉਹ ਇਹ ਸਭ ਵੇਖਦੇ ਹੋਏ ਹੇਠ ਲਿਖਿਆਂ ਵਿੱਚੋਂ ਕੀ ਨਤੀਜਾ ਕੱਢਦਾ ਹੈ ਦੱਸੋ। ਮੈਟਲਸ ਆਰ ਬੈਡ ਕੰਡਕਟਰ ਆਫ ਇਲੈਕਟ੍ਰੀਸਿਟੀ, ਧਾਤਾਂ ਬਿਜਲੀ ਦੀਆਂ ਕੁਚਾਲਕ ਹਨ। ਮੈਟਲਸ ਆਰ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ, ਧਾਤਾਂ ਬਿਜਲੀ ਦੀਆਂ ਸੁਚਾਲਕ ਹਨ। ਮੈਟਲਸ ਆਰ ਬੈਡ ਕੰਡਕਟਰ ਆਫ ਹੀਟ, ਧਾਤਾਂ ਤਾਪ ਦੀਆਂ ਕੁਚਾਲਕ ਹਨ। ਮੈਟਲਸ ਆਰ ਗੁੱਡ ਕੰਡਕਟਰ ਆਫ ਹੀਟ, ਧਾਤਾਂ ਤਾਪ ਦੀਆਂ ਸੁਚਾਲਕ ਹਨ। ਸੋ ਮਾਈ ਡੀਅਰ ਸਟੂਡੈਂਟਸ, ਆਪਾਂ ਬਾਰ-ਬਾਰ ਤੁਹਾਨੂੰ ਇਹ ਗੱਲ ਪੜ੍ਹਾਉਂਦੇ ਹਾਂ ਕਿ ਜਦੋਂ ਤੁਸੀਂ ਧਾਤ ਲਾਈ ਹੋਏਗੀ ਉਦੋਂ ਜਿਹੜਾ ਬਲਬ ਹੈ ਉਹ ਗਲੋ ਕਰ ਜਾਏਗਾ, ਪਰ ਜੇ ਤੁਸੀਂ ਇੱਥੇ ਯੂਜ਼ ਕਰੋਗੇ ਵੁੱਡ ਜਾਂ ਪਲਾਸਟਿਕ ਦਾ ਤੇ ਬਲਬ ਗਲੋ ਨਹੀਂ ਕਰੇਗਾ। ਵਾਈ ਸੋ? ਬਿਕੋਜ਼ ਮੈਟਲਸ ਜਿਹੜੀਆਂ ਹੈ ਦੇ ਆਰ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ। ਠੀਕ ਹੈ ਜੀ। ਤੇ ਜਿਹੜੀਆਂ ਇੱਥੇ ਗੱਲ ਕੀਤੀ ਕੁਚਾਲਕ ਦੀਆਂ, ਤੇ ਉਹ ਹੁੰਦੇ ਨੇ ਲਾਈਕ ਵੁੱਡ ਤੇ ਪਲਾਸਟਿਕ ਜਾਂ ਰਬੜ, ਜਿਹਦੇ ਨਾਲ ਜਿਹੜਾ ਹੈ ਕਰੰਟ ਹੈ ਪਾਸ ਨਹੀਂ ਹੋਏਗਾ। ਠੀਕ ਹੈ ਜੀ। ਹੀਟ ਦੀ ਗੱਲ ਨਹੀਂ ਹੋ ਰਹੀ, ਇਸ ਲਈ 3rd 4th ਆਪਸ਼ਨ ਵੀ ਰੋਂਗ ਹੈ। ਓਨਲੀ 2nd ਆਪਸ਼ਨ ਇਜ਼ ਰਾਈਟ ਕਿ ਮੈਟਲਸ ਆਰ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ, ਯਾਨੀ ਧਾਤਾਂ ਬਿਜਲੀ ਦੀਆਂ ਸੁਚਾਲਕ ਹਨ। ਚਲੋ ਜੀ, ਆਪਣੇ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਬਹੁਤ ਬੇਟਾ ਆਬਜ਼ਰਵੇਸ਼ਨ ਵਾਲੇ ਕੁਐਸਚਨ ਸੀ, ਕੌਜ਼ਜ਼ ਵਾਲੇ ਕੁਐਸਚਨ ਸੀ, ਬਹੁਤ ਇੰਪੋਰਟੈਂਟ LO ਹੈ 806। One day, Gatinder, while helping her mother in kitchen, observed that metals like iron, copper and aluminium are used to make cookware. Cookware ਸਮਝਦੇ ਹੋ? ਰਸੋਈ ਦੇ ਬਰਤਨ। She asked her mother, which property of metal is used here? ਇੱਕ ਦਿਨ ਗਤਿੰਦਰ ਨੇ ਰਸੋਈ ਵਿੱਚ ਆਪਣੇ ਮਾਤਾ ਜੀ ਦੀ ਸਹਾਇਤਾ ਕਰਦੇ ਸਮੇਂ ਵੇਖਿਆ ਕਿ ਬਰਤਨ ਬਣਾਉਣ ਲਈ ਲੋਹੇ, ਤਾਂਬੇ ਅਤੇ ਅਲਮੀਨੀਅਮ ਵਰਗੀਆਂ ਧਾਤਾਂ ਜਾਂਦੀਆਂ ਹਨ, ਯੂਜ਼ ਕੀਤੀਆਂ ਜਾਂਦੀਆਂ ਹਨ, ਵਰਤੀਆਂ ਜਾਂਦੀਆਂ ਹਨ। ਉਸਨੇ ਮਾਤਾ ਜੀ ਨੂੰ ਪੁੱਛਿਆ ਕਿ ਇਸ ਲਈ ਧਾਤ ਦੇ ਕਿਹੜੇ ਗੁਣ ਦਾ ਉਪਯੋਗ ਕੀਤਾ ਜਾਂਦਾ ਹੈ। ਬੇਟਾ ਜਦੋਂ ਅਸੀਂ ਤੁਹਾਨੂੰ ਧਾਤਾਂ ਦੇ ਗੁਣ ਪੜ੍ਹਾਏ, ਅਸੀਂ ਤੁਹਾਨੂੰ ਦੱਸਿਆ ਕਿ ਧਾਤਾਂ ਕਠੋਰ ਹੁੰਦੀਆਂ ਨੇ, ਮੈਲੇਬਲ ਹੁੰਦੀਆਂ ਨੇ, ਕੰਡਕਟਿਵ ਮਤਲਬ ਕਿ ਚਾਲਕਤਾ ਉਹਨਾਂ ਦੀ ਹੁੰਦੀ ਹੈ, ਕੁਟੀਨਯੋਗਤਾ ਹੁੰਦੀ ਹੈ ਅਤੇ ਹਾਰਡਨੈਸ ਹੁੰਦੀ ਹੈ। ਅਤੇ ਬੇਟਾ ਹੁਣ ਇਹਦੇ ਲਈ ਆਪਾਂ ਕਿਹੜੀ ਪ੍ਰੋਪਰਟੀ ਮੈਟਲਸ ਦੀ ਯੂਜ਼ ਕਰ ਰਹੇ ਹਾਂ? ਦੇਖੋ, ਉਹ ਹਾਰਡ ਹੈ ਤਾਂ ਹੀ ਉਹਨਾਂ ਨੂੰ ਆਪਾਂ ਕੁੱਕਵੇਅਰ ਲਈ ਯੂਜ਼ ਕਰ ਰਹੇ ਹਾਂ। ਉਹ ਮੈਲੇਬਲ ਹੈ ਨਾ, ਉਹਨਾਂ ਨੂੰ ਆਪਾਂ ਸ਼ੀਟਸ 'ਚ ਕਨਵਰਟ ਕਰ ਸਕਦੇ ਹਾਂ। ਉਹ ਕੰਡਕਟਿਵ ਹੈ, ਯਾਨੀ ਕਿ ਉਹ ਜਿਹੜੇ ਹੈ ਇਲੈਕਟ੍ਰੀਸਿਟੀ ਜਾਂ ਤਾਪ ਦੇ ਚਾਲਕ ਹਨ। ਤਾਂ ਇਹਦਾ ਮਤਲਬ ਜਿਹੜਾ ਸਾਡਾ ਆਲ ਆਫ ਅਬਵ, ਯਾਨੀ ਕਿ ਉਪਰੋਕਤ ਸਾਰੇ ਹੀ ਸਹੀ ਹਨ, ਇਸ ਲਈ ਆਪਾਂ ਉਹਨਾਂ ਨੂੰ ਐਜ਼ ਅ ਕੁੱਕਵੇਅਰ 'ਚ ਯੂਜ਼ ਕਰਦੇ ਹਾਂ। ਠੀਕ ਹੈ ਜੀ। 3rd ਕੁਐਸਚਨ ਸੀ, ਅਰਮਾਨ ਵਾਜ਼ ਆਸਟਰਕ ਟੂ ਸੀ ਦੈਟ ਆਲ ਮੈਟਲਸ ਆਰ ਨਾਟ ਯੂਜ਼ਡ ਐਜ਼ ਹੈਂਡਲਸ ਇਨ ਕੁੱਕਵੇਅਰ, ਵਿਚ ਪ੍ਰੋਪਰਟੀ ਆਫ ਮੈਟਲ ਇਜ਼ ਯੂਜ਼ਡ ਹੇਅਰ। ਅਰਮਾਨ ਇਹ ਵੇਖ ਕੇ ਬਹੁਤ ਹੈਰਾਨ ਹੋਇਆ ਕਿ ਧਾਤਾਂ ਨੂੰ ਬਰਤਨਾਂ ਦੇ ਹੱਥੇ ਬਣਾਉਣ ਲਈ ਨਹੀਂ ਵਰਤਿਆ ਜਾਂਦਾ। ਇੱਥੇ ਧਾਤਾਂ ਦੇ ਕਿਹੜੇ ਗੁਣ ਦਾ ਉਪਯੋਗ ਕੀਤਾ ਜਾਂਦਾ ਹੈ? ਬੇਟਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਜ਼ਿਆਦਾਤਰ ਆਪਾਂ ਕੀ ਹੈ, ਪਲਾਸਟਿਕ ਜਾਂ ਵੁੱਡ ਲੱਗਾ ਹੁੰਦਾ ਹੱਥਿਆਂ 'ਤੇ। ਇਹਦੀ ਆਪਸ਼ਨਸ ਦੇਖੋ ਕਿ ਮੈਟਲਸ ਆਰ ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ, ਧਾਤਾਂ ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹਨ। ਮੈਟਲਸ ਆਰ ਹਾਰਡ, ਧਾਤਾਂ ਕਠੋਰ ਹੁੰਦੀਆਂ ਨੇ। ਮੈਟਲਸ ਆਰ ਮੈਲੇਬਲ, ਧਾਤਾਂ ਕੁਟੀਨਯੋਗ ਹੁੰਦੀਆਂ ਨੇ। ਨਨ ਆਫ ਅਬਵ। ਤਾਂ ਬੇਟਾ ਜੀ ਮੈਟਲਸ ਆਰ ਗੁੱਡ ਕੰਡਕਟਰਸ ਆਫ ਹੀਟ, ਔਰ ਹੀਟ ਜਿੱਦਾਂ ਹੀ ਅਸੀਂ ਜਿਹੜੇ ਹੈਂਡਲ ਨੂੰ ਹੱਥ ਲਾਵਾਂਗੇ ਤਾਂ ਸਾਡਾ ਹੱਥ ਕੀ ਹੈ, ਜਲ ਜਾਏਗਾ। ਇਸ ਲਈ ਆਪਾਂ ਮੈਟਲਸ ਨੂੰ ਯੂਜ਼ ਨਹੀਂ ਕਰਦੇ ਬਰਤਨਾਂ ਦੇ ਹੱਥੇ ਬਣਾਉਣ ਲਈ। ਠੀਕ ਹੈ ਜੀ। ਚਲੋ 4th ਕੁਐਸਚਨ ਦੇਖਦੇ ਹਾਂ। ਗੁੰਤਾਜ਼ਮ ਨੇ ਸਾਇੰਸ ਲੈਬ ਵਿੱਚੋਂ ਮੈਗਨੀਸ਼ੀਅਮ ਰਿਬਨ ਲਿਆ, ਫਿਰ ਉਸਨੇ ਉਸਨੂੰ ਜਲਾਇਆ ਅਤੇ ਚਿੱਟੀ ਰਾਖ ਨੂੰ ਪਾਣੀ ਵਿੱਚ ਘੋਲਿਆ। ਇਸ ਤੋਂ ਬਾਅਦ ਉਸਨੇ ਇਸ ਘੋਲ ਨੂੰ ਲਿਟਮਸ ਪੇਪਰ ਨਾਲ ਟੈਸਟ ਕੀਤਾ। ਟੈਸਟ ਕਰਨ 'ਤੇ ਲਾਲ ਲਿਟਮਸ ਨੀਲਾ ਹੋ ਗਿਆ। ਇਸ ਤੋਂ ਉਸਨੇ ਇਹ ਸਿੱਟਾ ਕੱਢਿਆ ਕਿ ਰਾਖ ਖਾਰੇ ਸੁਭਾਅ ਦੀ ਹੈ। ਇਸ ਪ੍ਰਯੋਗ ਵਿੱਚ ਚਿੱਟੀ ਰਾਖ ਕੀ ਹੈ? ਗੁੰਤਾਜ਼ਮ ਗੌਟ ਅ ਮੈਗਨੀਸ਼ੀਅਮ ਰਿਬਨ for an experiment and in science lab she burnt it, took the white ash and mixed it with the water,
Then she tested the solution with litmus paper. Red litmus paper turns blue. She assumed that the ash is basic in nature. The white ash referred in the experiment is, बेटा जी जे मैं किरिया लिखा तो मैगनीशियम जदों ऑक्सीजन के किरिया नाल करता है तो मैगनीशियम ऑक्साइड बनाता है। की बनाता है जी? मैगनीशियम ऑक्साइड, जिसका फार्मूला की है MgO। हुण मैगनीशियम ऑक्साइड धात का ऑक्साइड है और तुहानूं पता है कि जिहड़े धात के ऑक्साइड हुंदे ने वो असीं तुहानूं बहुत चंगी तरह सिखाया है कि बेसिक हुंदे आ ते खारे हुंदे ने। और जिहड़ी चीज़ खार है वो की करेगी? वो लाल लिटमस जिहड़ा है रैड लिटमस नूं नीला कर देगी। ठीक है जी बेटा, इत्थों दो गल्लां आपां सिੱਖਣੀਆਂ। एक तो मैगनीशियम नूं जिहड़ा बर्न करके ऑक्सीजन दे नाल सानूं की मिलदा? मैगनीशियम ऑक्साइड, जो कि इस प्रश्न का सही उत्तर है। दूजी गल तुहानूं ये पता होनी चाहिए है मैगनीशियम खार है और खार नूं जदों असीं लाल लिटमस दे नाल जिहड़ा है आपां करदे हां उहदा टैस्ट ते वो ब्लू हो जाता है। सो आवर नेक्स्ट क्वेश्चन इज, परमवीर फादर इज़ अ डॉक्टर. He used thermometer to measure a body temperature of his patients. He told him that metals are generally solid. One of the metal is in liquid state at the room temperature used in thermometers. The metal is dash. परमवीर ਦੇ ਪਿਤਾ ਜੀ ਡਾਕਟਰ ਹਨ। ਉਹ ਥਰਮਾਮੀਟਰ ਨਾਲ ਮਰੀਜ਼ਾਂ ਦਾ ਬੁਖਾਰ ਵੇਖਦੇ ਹਨ। ਤੁਸੀਂ ਵੀ ਪੁੱਤਰ ਘਰ ਥਰਮਾਮੀਟਰ ਵੇਖਿਆ ਹੋਣਾ, ਉਹਦੇ ਅੱਗੇ ਇੱਕ ਸਿਲਵਰੀ ਜੀ ਚੀਜ਼ ਤੁਹਾਨੂੰ ਨਜ਼ਰ ਆਉਂਦੀ ਹੈ। ਪਿਤਾ ਜੀ ਨੇ ਉਸਨੂੰ ਦੱਸਿਆ ਕਿ ਆਮ ਤੌਰ 'ਤੇ ਧਾਤਾਂ ਠੋਸ ਹੁੰਦੀਆਂ, ਠੋਸ ਯਾਨੀ ਕਿ ਸੋਲਿਡ ਹੁੰਦੀਆਂ ਨੇ। ਠੀਕ ਹੈ, ਕੇਵਲ ਇੱਕ ਧਾਤ ਹੈ ਜੋ ਸਧਾਰਨ ਤਾਪਮਾਨ 'ਤੇ ਤਰਲ ਹੈ, ਥਰਮਾਮੀਟਰ ਵਿੱਚ ਵਰਤੀ ਜਾਂਦੀ ਹੈ। ਬੇਟਾ ਜਦੋਂ ਅਸੀਂ ਤੁਹਾਨੂੰ ਧਾਤਾਂ ਦਾ ਚੈਪਟਰ ਸ਼ੁਰੂ ਕਰਾਉਂਦੇ ਹਾਂ ਅਤੇ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਧਾਤਾਂ ਦੀਆਂ ਪ੍ਰੋਪਰਟੀਜ਼ ਕਰਾਉਂਦੇ ਹਾਂ। ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਧਾਤਾਂ ਜਿਹੜੀਆਂ ਹੈ ਠੋਸ ਹੈ, ਯਾਨੀ ਕਿ ਧਾਤਾਂ ਕੀ ਨੇ? ਸੋਲਿਡ ਨੇ। ਔਰ ਬੇਟਾ ਉਸ ਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਧਾਤ ਹੈ, ਜਿਹੜੀ ਨਹੀਂ ਸੋਲਿਡ, ਜਿਹੜੀ ਰੂਮ ਟੈਂਪਰੇਚਰ 'ਤੇ ਲਿਕੁਇਡ ਹੈ, ਉਹ ਮਰਕਰੀ ਹੈ, ਜਿਸ ਨੂੰ ਤੁਸੀਂ ਪਾਰਾ ਵੀ ਕਹਿੰਦੇ ਹੋ। ਸੋ ਪਿਆਰੇ ਵਿਦਿਆਰਥੀਓ ਯਾਦ ਰੱਖੋ, ਸਿਰਫ ਇੱਕ ਧਾਤ ਹੈ ਜੋ ਤਰਲ ਹੈ ਰੂਮ ਟੈਂਪਰੇਚਰ 'ਤੇ ਔਰ ਉਹ ਸਾਡੇ ਥਰਮਾਮੀਟਰਸ 'ਚ ਵੀ ਯੂਜ਼ ਕੀਤੀ ਜਾਂਦੀ ਹੈ, ਉਹ ਹੈ ਮਰਕਰੀ। ठीक है जी, 6th क्वेश्चन पे आ जाओ। One day Japman science teacher performed an activity in science lab. He put one of the following into water which reacted with cold water vigorously. Identify the material. ਇੱਕ ਦਿਨ ਜਪਮਨ ਨੇ ਸਾਇੰਸ ਅਧਿਆਪਕ ਦੇ ਸਾਇੰਸ ਲੈਬ ਵਿੱਚ ਇੱਕ ਕਿਰਿਆ ਕੀਤੀ। ਉਹਨਾਂ ਨੇ ਇੱਕ ਧਾਤ ਨੂੰ ਪਾਣੀ ਵਿੱਚ ਪਾਇਆ ਜਿਸ ਨੇ ਪਾਣੀ ਨਾਲ ਤੇਜ਼ੀ ਨਾਲ ਕਿਰਿਆ ਕੀਤੀ। ਦੱਸੋ ਇਹ ਧਾਤ ਕਿਹੜੀ ਹੈ? ਕਾਰਬਨ, ਮੈਗਨੀਸ਼ੀਅਮ, ਸੋਡੀਅਮ, ਸਲਫਰ। ਬੇਟਾ ਦੇਖੋ, ਮੈਂ ਜਦੋਂ ਆਪਣੀ ਕਲਾਸ 'ਚ ਚੈਪਟਰ ਪੜ੍ਹਾਇਆ, ਮੈਂ ਅੱਜ ਕੀ ਕਿਹਾ? ਸਭ ਤੋਂ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਧਾਤ ਕੀ ਹੈ ਅਤੇ ਅਧਾਤ ਕੀ ਹੈ। ਉਹਨੇ ਕੁਐਸਚਨ 'ਚ 2 ਵਾਰੀ ਕਿਹਾ ਕਿ ਧਾਤ ਨੂੰ ਪਾਣੀ ਵਿੱਚ ਪਾਇਆ। ਆਪਸ਼ਨਸ ਦੇਖੋ, ਕਾਰਬਨ, ਮੈਗਨੀਸ਼ੀਅਮ, ਸੋਡੀਅਮ, ਸਲਫਰ। ਜਿਹੜੇ ਬੱਚੇ ਨੂੰ ਤਾਂ ਪਤਾ ਹੈ ਕਿ ਕਾਰਬਨ ਨੌਨ ਮੈਟਲ ਹੈ ਯਾਨੀ ਅਧਾਤ ਹੈ, ਸਲਫਰ ਨੌਨ ਮੈਟਲ ਹੈ, ਤਾਂ ਉਹਦੇ ਕੋਲ ਸਿਰਫ 2 ਆਪਸ਼ਨਸ ਬਚ ਗਈਆਂ, ਮੈਗਨੀਸ਼ੀਅਮ ਅਤੇ ਸੋਡੀਅਮ। ਪਰ ਬੇਟਾ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਧਾਤ ਕਿਹੜੀ ਹੈ ਅਤੇ ਅਧਾਤ ਕਿਹੜੀ ਹੈ। ਦੇਖੋ ਬਾਰ-ਬਾਰ ਕੁਐਸਚਨ 'ਚ ਕਿਹਾ ਗਿਆ ਕਿ ਇੱਕ ਦਿਨ ਜਪਮਨ ਨੇ ਸਾਇੰਸ ਅਧਿਆਪਕ ਦੇ ਸਾਇੰਸ ਲੈਬ ਵਿੱਚ ਇੱਕ ਕਿਰਿਆ ਕੀਤੀ, ਉਹਨਾਂ ਨੇ ਇੱਕ ਧਾਤ ਨੂੰ ਪਾਣੀ 'ਚ ਪਾਇਆ। ਅਤੇ ਬੇਟਾ ਜੀ ਉਹ ਧਾਤ ਜਿਹੜੀ ਬਹੁਤ ਜ਼ਿਆਦਾ ਪ੍ਰਤੀਕਿਰਿਆਸ਼ੀਲ ਹੈ ਉਹ ਹੈ ਸੋਡੀਅਮ। ਸੋ ਸਾਡਾ ਸਹੀ ਉੱਤਰ ਕੀ ਹੈ? ਸੋਡੀਅਮ। ਸੋਡੀਅਮ ਬਹੁਤ ਹੀ ਜ਼ਿਆਦਾ ਪ੍ਰਤੀਕਿਰਿਆਸ਼ੀਲ ਹੈ, ਇੰਨੀ ਕਿਰਿਆਸ਼ੀਲ ਹੈ ਕਿ ਇਹ ਠੰਡੇ ਪਾਣੀ ਨਾਲ ਵੀ ਕਿਰਿਆ ਕਰ ਦਿੰਦੀ ਹੈ। ਠੀਕ ਹੈ ਜੀ, ਕੋਲਡ ਵਾਟਰ ਦੇ ਨਾਲ ਵੀ। ਚਲੋ ਜੀ 7th ਕੁਐਸਚਨ ਦੀ ਗੱਲ ਕਰਦੇ ਹਾਂ। ਜਰਨਲੀ ਮੈਟਲ ਆਕਸਾਈਡਸ ਆਰ ਬੇਸਿਕ ਐਂਡ ਨॉन ਮੈਟੈਲਿਕ ਆਕਸਾਈਡਸ ਆਰ ਐਸਿਡਿਕ ਇਨ ਨੇਚਰ। ਸੋਲਿਊਸ਼ਨ ਆਫ ਵਿਚ ਆਫ ਦ ਫੋਲੋਇੰਗ ਆਕਸਾਈਡ ਇਨ ਵਾਟਰ ਵਿਲ ਚੇਂਜ ਦ ਕਲਰ ਆਫ ਬਲੂ ਲਿਟਮਸ ਟੂ ਰੈੱਡ। ਆਮ ਤੌਰ 'ਤੇ ਧਾਤਵਿਕ ਆਕਸਾਈਡ ਖਾਰੇ ਸੁਭਾਅ ਦੇ ਹੁੰਦੇ ਨੇ। ਹੁਣੇ ਮੈਂ ਤੁਹਾਨੂੰ ਇਹ ਗੱਲ ਸਮਝਾ ਕੇ ਹਟੀ ਹਾਂ ਅਤੇ ਐਗਜ਼ਾਮਪਲ ਮੈਂ ਕਿਹਦੀ ਦਿੱਤੀ ਸੀ? ਮੈਗਨੀਸ਼ੀਅਮ ਆਕਸਾਈਡ ਦੀ। ਧਾਤ ਦਾ ਆਕਸਾਈਡ ਸੀ ਅਤੇ ਖਾਰਾ ਸੀ। ਠੀਕ ਹੈ, ਧਾਤਵੀ ਆਕਸਾਈਡ ਖਾਰੇ ਸੁਭਾਅ ਦੇ ਹੁੰਦੇ ਹਨ ਅਤੇ ਅਧਾਤਵੀ ਤੇਜ਼ਾਬੀ ਸੁਭਾਅ ਦੇ ਹੁੰਦੇ ਹਨ। ਹੇਠ ਲਿਖਿਆਂ ਵਿੱਚੋਂ ਕਿਸ ਦਾ ਘੋਲ ਨੀਲੇ ਲਿਟਮਸ ਨੂੰ ਲਾਲ ਕਰੇਗਾ? ਬੇਟਾ ਜੀ ਜੇ ਤੁਹਾਨੂੰ ਪਤਾ ਹੈ ਨਾ ਕਿ ਧਾਤ ਕਿਹੜੀ ਹੈ ਅਤੇ ਅਧਾਤ ਕਿਹੜੀ ਹੈ ਤਾਂ ਤੁਸੀਂ ਆਸਾਨੀ ਨਾਲ ਇਹਦਾ ਆਨਸਰ ਦੇ ਲਓਗੇ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਅਧਾਤਾਂ ਹੈ ਉਹਨਾਂ ਦੇ ਜਿਹੜੇ ਆਕਸਾਈਡ ਕੀ ਹੁੰਦੇ ਨੇ? ਤੇਜ਼ਾਬੀ। ਹੁਣ ਦੇਖੋ ਜੀ, ਆਇਰਨ ਵੀ ਧਾਤ ਹੈ, ਮੈਗਨੀਸ਼ੀਅਮ ਵੀ ਧਾਤ ਹੈ, ਕਾਪਰ ਵੀ ਧਾਤ ਹੈ। ਇਹਦਾ ਮਤਲਬ ਤੁਹਾਡਾ ਆਨਸਰ ਸਿੱਧਾ ਆ ਗਿਆ, ਸਲਫਰ ਡਾਈਆਕਸਾਈਡ।
ठीक है ना। पर बेटा ਇਹਦੇ ਲਈ ਸਭ ਤੋਂ ਪਹਿਲੇ ਤੁਹਾਨੂੰ ਪ੍ਰੈਕਟਿਸ ਦੀ ਜ਼ਰੂਰਤ ਹੈ। ਤੁਹਾਡੀ ਟਿਪਸ 'ਤੇ ਹੋਣਾ ਚਾਹੀਦਾ ਹੈ ਕਿਹੜੀ ਧਾਤ ਹੈ ਕਿਹੜੀ ਅਧਾਤ ਹੈ। ਹੁਣ ਦੇਖੋ ਜੀ ਸਲਫਰ ਡਾਈਆਕਸਾਈਡ ਮੈਂ ਆਨਸਰ ਕਿਹਾ ਸੀ। ਸਲਫਰ ਡਾਈਆਕਸਾਈਡ ਕੀ ਹੁੰਦਾ ਜੀ ਨੌਨ ਮੈਟਲ, ਠੀਕ ਹੈ। यानी ਜਿਹੜਾ ਇਹਦਾ ਆਕਸਾਈਡ बनना वो की बनना जी नॉन मैटैलिक ऑक्साइड। की बनना जी नॉन मैटैलिक ऑक्साइड। जिसने की करना जी जिसने नीले लिटमस नूं की कर देना लाल, नीले नूं की कर देना लाल। चलो जी 8th क्वेश्चन समर्थ एक्सीडेंटली ब्रोकन अ ग्लास बॉटल कंटेनिंग अ नॉन मैटल। फिर देख लो क्वेश्चन च नॉन मैटल जे, ठीक है। which reacted and catches fire on exposure to air, identify the non-metal from given option। ਸਮਰਥ ਨੇ ਤੋਂ ਅਚਾਨਕ ਇੱਕ ਅਧਾਤ ਦੀ ਭਰੀ ਹੋਈ ਕੱਚ ਦੀ ਬੋਤਲ ਟੁੱਟ ਗਈ ਜਿਸ ਕਾਰਨ ਅਧਾਤ ਨੇ ਤੇਜ਼ੀ ਨਾਲ ਕਿਰਿਆ ਕੀਤੀ ਅਤੇ ਅਚਾਨਕ ਇਸ ਨੂੰ ਹਵਾ ਵਿੱਚ ਅੱਗ ਲੱਗ ਗਈ। ਹੇਠ ਲਿਖਿਆ ਵਿੱਚ ਉਸ ਅਧਾਤ ਦਾ ਨਾਂ ਦੱਸੋ। ਬੇਟਾ ਜੀ ਇੱਥੇ ਫੇਰ ਤੁਸੀਂ ਕੀ ਪੁੱਛਣਾ ਹੈ, ਇੱਥੇ ਤੁਸੀਂ ਕੀ ਕਰਨਾ ਹੈ ਜੀ, ਇੱਥੇ ਤੁਸੀਂ ਦੇਖਣਾ ਅਧਾਤਾਂ ਕਿਹੜੀਆਂ ਨੇ। ਪਰ ਇਹ ਸਾਰੀਆਂ ਅਧਾਤਾਂ ਨੇ। ਹੁਣ ਹਵਾ 'ਚ ਕਿਹਨੂੰ ਅੱਗ ਲੱਗਦੀ ਹੈ ਯਾਨੀ ਕਿਹੜੀ ਅਧਾਤ ਬਹੁਤ ਜ਼ਿਆਦਾ ਹਵਾ ਨੂੰ ਜਿਹੜੀ ਹੈ ਹਵਾ 'ਚ ਅੱਗ ਫੜ ਲੈਂਦੀ ਹੈ ਤੇ ਉਸ ਦਾ ਸਹੀ ਉੱਤਰ ਹੈ ਫਾਸਫੋਰਸ। ਸਹੀ ਉੱਤਰ ਕੀ ਹੈ ਜੀ ਫਾਸਫੋਰਸ। ਚਲੋ ਜੀ 9th ਕੁਐਸਚਨ ਦੀ ਗੱਲ ਕਰਦੇ ਹਾਂ। ਟੀਚਰ ਕੱਟ ਅ ਮੈਟੈਲਿਕ ਪੀਸ ਵਿਦ ਦ ਨਾਈਫ ਇਨ ਦ ਫਰੰਟ ਆਫ ਸਟੂਡੈਂਟਸ। ਮਨਤਾਜ਼ ਇਜ਼ ਅਮੇਜ਼ਡ ਟੂ ਸੀ ਦਿਸ ਐਂਡ ਥਿੰਕਿੰਗ ਅਬਾਊਟ ਦਿਸ ਮੈਟਲ। ਸੁਜੈਸਟ ਹਿਜ਼ ਨੇਮ ਆਫ ਦ ਮੈਟਲ। ਅਧਿਆਪਕ ਨੂੰ ਵਿਦਿਆਰਥੀਆਂ ਦੇ ਸਾਹਮਣੇ ਇੱਕ ਧਾਤ ਦੇ ਟੁਕੜੇ ਨੂੰ ਚਾਕੂ ਨਾਲ ਕੱਟਿਆ। ਮਨਤਾਜ ਇਹ ਸਭ ਵੇਖ ਕੇ ਹੈਰਾਨ ਹੈ ਅਤੇ ਇਸ ਧਾਤ ਬਾਰੇ ਸੋਚ ਰਿਹਾ ਹੈ। ਉਸ ਨੂੰ ਇਸ ਧਾਤ ਦੇ ਨਾਮ ਦੀ ਪਹਿਚਾਣ ਵਿੱਚ ਸਹਾਇਤਾ ਕਰੋ। ਸੋਡੀਅਮ ਗੋਲਡ ਮੈਗਨੀਸ਼ੀਅਮ ਕਾਪਰ। ਸੋਡੀਅਮ ਸੋਨਾ ਮੈਗਨੀਸ਼ੀਅਮ ਕਾਪਰ। ਬੇਟਾ ਜੀ ਮੈਂ ਅਗਰ ਇਹ ਵੀਡੀਓ ਟੀਚਰਸ ਦੇਖ ਰਹੇ ਆ ਤਾਂ ਉਹਨਾਂ ਲਈ ਵੀ ਮੈਂ ਇੱਕ ਸ਼ਾਰਟਕਟ ਮੈਥਡ ਦੱਸਾਂਗੀ। ਤੁਸੀਂ 5-6 ਮੈਟਲਸ ਲਿਖਾ ਕੇ ਅਤੇ ਨੋਨ ਮੈਟਲਸ ਲਿਖਾ ਕੇ ਉਹਨਾਂ ਦੀਆਂ ਮੇਨ ਜਿਹੜੀਆਂ ਚੀਜ਼ਾਂ ਹੈ ਉਹ ਸਾਹਮਣੇ ਲਿਖਾ ਦਿਓ। ਜਿੱਦਾਂ ਕਿ ਤੁਹਾਨੂੰ ਪਤਾ ਹੈ ਸੋਡੀਅਮ ਅਤੇ ਜਿਹੜਾ ਪੋਟਾਸ਼ੀਅਮ ਹੈ ਉਹਨਾਂ ਨੂੰ ਆਪਾਂ ਨਾਈਫ ਨਾਲ ਕੱਟ ਸਕਦੇ ਹਾਂ। ਉਹ ਬਹੁਤ ਵਿਗਰਸਲੀ ਰਿਐਕਟ ਕਰਦੇ ਹੈ ਔਰ ਇਹਦਾ ਮਤਲਬ ਕਿ ਜਿਹੜੇ ਧਾਤ ਨੂੰ ਅਸੀਂ ਚਾਕੂ ਨਾਲ ਕੱਟ ਸਕਦੇ ਹਾਂ ਅਤੇ ਉਹਦਾ ਆਨਸਰ ਕੀ ਹੈ ਸੋਡੀਅਮ। ਠੀਕ ਹੈ ਜੀ। ਚਲੋ ਜੀ 10th ਕੁਐਸਚਨ ਅਤੇ ਲਾਸਟ ਕੁਐਸਚਨ ਜਿਹੜੇ ਕੱਲ੍ਹ ਦੇ ਪੇਪਰ ਦਾ। ਅਰਪਨ ਹੈਜ਼ ਲਰਨਡ ਦੈਟ ਮਟੀਰੀਅਲਸ ਵਿਚ ਕੈਨ ਬੀ ਡਰੋਨ ਇਨ ਟੂ ਵਾਇਰਸ ਆਰ ਡਕਟਾਈਲ। ਡਕਟਿਲਿਟੀ ਦੀ ਪ੍ਰੋਪਰਟੀ ਹੈ ਮੈਟਲਸ ਦੀ। ਜਿਹੜੇ ਮਟੀਰੀਅਲਸ ਨੂੰ ਆਪਾਂ ਚੇਂਜ ਕਰ ਸਕਦੇ ਹਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ ਵਾਇਰਸ 'ਚ ਉਹਨੂੰ ਆਪਾਂ ਡਕਟਾਈਲ ਕਹਿ ਦਿੰਦੇ ਹਾਂ। ਹੁਣ ਤੁਸੀਂ ਦੱਸਣਾ ਹੈ ਜੀ ਕਿ ਹੇਠ ਲਿਖਿਆ ਵਿੱਚੋਂ ਕਿਹੜਾ ਨਹੀਂ ਡਕਟਾਈਲ। ਠੀਕ ਹੈ। ਅਰਪਨ ਨੇ ਸਿੱਖਿਆ ਕਿ ਜਿਨ੍ਹਾਂ ਪਦਾਰਥਾਂ ਨੂੰ ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਨੇ ਉਹਨਾਂ ਨੂੰ ਖਿੱਚਣਯੋਗ ਕਹਿੰਦੇ ਨੇ। ਹੇਠ ਲਿਖਿਆ ਵਿੱਚੋਂ ਕਿਹੜਾ ਖਿੱਚਣਯੋਗ ਪਦਾਰਥ ਨਹੀਂ ਹੈ। ਬੇਟਾ ਜੀ ਸਿਲਵਰ ਵੀ ਮੈਟਲ ਹੈ, ਕਾਪਰ ਵੀ ਮੈਟਲ ਹੈ ਅਤੇ ਐਲੂਮੀਨੀਅਮ ਵੀ ਮੈਟਲ ਹੈ ਪਰ ਸਲਫਰ ਨੋਨ ਮੈਟਲ ਹੈ। ਉਹਨੇ ਪੁੱਛਿਆ ਕਿਸ ਨੂੰ ਆਪਾਂ ਖਿੱਚਣਯੋਗ ਨਹੀਂ ਕਰ ਸਕਦੇ ਅਤੇ ਸਲਫਰ ਨੂੰ ਆਪਾਂ ਖਿੱਚਣਯੋਗ ਨਹੀਂ ਕਰ ਸਕਦੇ ਕਿਉਂਕਿ ਉਹ ਨੋਨ ਮੈਟਲ ਹੈ। ਸੋ ਡੀਅਰ ਸਟੂਡੈਂਟਸ ਦਿਸ ਇਜ਼ ਦ ਸੋਲਿਊਸ਼ਨ ਆਫ ਯੂਅਰ 8th ਸਾਇੰਸ ਕਲਾਸ ਕੁਇਜ਼ 6 LO806 ਮੈਟਲਸ ਐਂਡ ਨੋਨ ਮੈਟਲਸ 28/8/2021 ਦਾ। ਸੋ ਹੋਪ ਹੈ ਕਿ ਤੁਹਾਨੂੰ ਇਹ ਪੇਪਰ ਸਮਝ ਆ ਗਿਆ ਹੋਏਗਾ। ਬੇਟਾ ਜੀ ऑब्जर्वेशन ਦੇ ਨਾਲ ਕਰੋ, ਰੱਟੇ ਨਾ ਲਾਓ, ਨੋਟਸ ਬਣਾਓ ਤਾਂ ਯੂ ਕੈਨ ਅਚੀਵ ਦ ਮਿਸ਼ਨ ਆਫ NAS। ਥੈਂਕ ਯੂ ਸੋ ਮਚ।